ਪ੍ਰਧਾਨ ਸਾਹਿਬ ਬਾਬਾ ਖਾਨ ਸੰਘਰਸ਼ ਕਮੇਟੀ ਦੇ ਤੁਸੀਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾ ਰਹੇ ਆ। ਤੁਹਾਡੇ ਜਿਹੜੇ ਕਮੇਟੀ ਦੇ 6 ਮੈਂਬਰ ਆ ਉਹਨਾਂ ਨੇ ਮਤਲਬ ਸਾਨੂੰ ਇਹ ਪ੍ਰੈਸ 'ਚ ਬਿਆਨ ਦਿੱਤਾ ਆ ਕਿ ਸਾਡੇ ਜਿਹੜੇ ਮਤਭੇਦ ਹੋਏ ਆ ਉਹ ਇਸ ਕਰਕੇ ਹੋਏ ਆ ਕਿ ਸਾਡੇ ਪ੍ਰਧਾਨ ਸਾਹਿਬ ਮੀਡੀਆ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਖਿਲਾਫ ਜਾਂਦੇ ਸਾਡੇ ਆਗੂਆਂ ਦੇ ਖਿਲਾਫ, ਇਸੇ ਕਰਕੇ ਮਤਲਬ ਉਹਨਾਂ ਨੂੰ ਅਸੀਂ ਜਿਹੜਾ ਸਸਪੈਂਡ ਕੀਤਾ ਗਿਆ ਸੀ। ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਵੀ ਇਸ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ। ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜੇ ਦੂਸਰੀ ਜਥੇਬੰਦੀ ਦੇ ਕੋਈ ਕਿਸੇ ਖਿਲਾਫ ਬਿਆਨ ਦਿੱਤੇ ਆ ਜਾਂ ਕਿਸੇ ਨੇ ਤੇ ਉਹ ਇਤਰਾਜ਼ ਕਰਨ, ਮੇਰੇ ਖਿਆਲ ਆਪਣੇ ਕੋਲ ਫਰਜ਼ ਨਹੀਂ ਕਰਨਾ। ਦੂਸਰੀ ਗੱਲ ਆ ਕਿ ਜਿਹੜੇ ਆਪਾਂ 11 ਮਹੀਨੇ ਸੰਘਰਸ਼ ਚੱਲਦੇ ਨੂੰ ਹੋ ਗਏ ਆ ਲਗਭਗ, ਅਤੇ ਉਹਦੇ ਵਿੱਚ ਤੁਸੀਂ ਦੇਖਦੇ ਹੋਗੇ ਮੇਰੇ ਖਿਆਲ ਚਿਹਰੇ ਪਹਿਲਾਂ ਆਪਾਂ ਨੂੰ 10 ਮਹੀਨੇ ਕਿਤੇ ਨਹੀਂ ਮਿਲੇ ਜਿਹੜੇ ਕਿ ਅੱਜ ਉਹਨਾਂ ਨੂੰ ਬਹੁਤ ਚਾਅ ਅਤੇ ਕਾਫੀ ਦੌੜ ਭੱਜ ਲੱਗੀ ਆ। ਚਲੋ ਚਾਹੀਦੀ ਵੀ ਦੌੜ ਭੱਜ ਕਰਨੀ ਕਿਉਂਕਿ ਆਪਾਂ ਕਿਸਾਨੀ ਲਈ ਆ, ਸਾਰਿਆਂ ਨੂੰ ਕਰਨੀ ਚਾਹੀਦੀ ਆ, ਪਰ ਕਿਸਾਨੀ ਲਈ ਆਪਾਂ ਦੌੜ ਭੱਜ ਕਰੀਏ ਇਹ ਚੌਧਰਾਂ ਲਈ ਹੱਜ ਕੇ ਅਹੁਦਿਆਂ ਲਈ ਮੇਰਾ ਖਿਆਲ ਕੋਈ ਠੀਕ ਨਹੀਂ ਲੱਗਦੀ। ਮੈਨੂੰ ਕੋਈ ਪ੍ਰਧਾਨਗੀ ਦਾ ਐਡਾ ਚਾਅ ਨਹੀਂ ਗਾ। ਚਲੋ ਠੀਕ ਹੈ, ਸਾਰੀ ਸੰਗਤ ਨੇ ਜ਼ਿੰਮੇਵਾਰੀ ਦਿੱਤੀ ਆ, ਆਪਾਂ ਜਿੰਨੀ ਜੋਗੇ ਹੈਗੇ ਆ ਨਿਭਾ ਰਹੇ ਆ ਅਤੇ ਨਿਭਾਉਂਦੇ ਰਵਾਂਗੇ। ਜ਼ਰੂਰੀ ਨਹੀਂ ਕਿ ਪ੍ਰਧਾਨਗੀ ਦੇ ਨਾਲ ਹੀ, ਬਗੈਰ ਵੀ ਪ੍ਰਧਾਨਗੀ ਤੋਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਔਰ ਕਰਦੇ ਰਹੇ ਆ ਅਤੇ ਰਹਿਣਾ ਆ, ਕਿਉਂਕਿ ਸਾਨੂੰ ਕਿਸਾਨੀ ਨਾਲ ਆ, ਸਾਨੂੰ ਆਪਣੀ ਪ੍ਰਧਾਨਗੀਆਂ ਨਾਲ ਜਾਂ ਅਹੁਦਿਆਂ ਨਾਲ ਨਹੀਂ ਹੈਗਾ। ਨਾ ਅਸੀਂ ਇਹ ਅਹੁਦੇ ਲੈ ਕੇ ਚੱਲੇ ਹਾਂ ਅਤੇ ਨਾ ਅਹੁਦੇ ਲੈ ਕੇ ਚੱਲਣਾ, ਕਿਉਂਕਿ ਜੇ ਉਹਨਾਂ ਨੂੰ ਕੋਈ ਚਾਅ ਹੋਊਗਾ ਕਿ ਅਸੀਂ ਪ੍ਰਧਾਨ ਬਣ ਜਾਈਏ, ਆਹ ਬਣ ਜਾਈਏ, ਮੇਰਾ ਖਿਆਲ ਹੈ ਇਸ ਵੇਲੇ ਸੈਂਟਰ ਦੇ ਨਾਲ ਲੜਾਈ ਆ, ਸਾਡੀ ਪ੍ਰਧਾਨਗੀਆਂ ਦੀ ਲੜਾਈ ਨਹੀਂ ਹੋਣੀ ਚਾਹੀਦੀ। ਕਿਉਂਕਿ ਪਹਿਲਾਂ ਆਪਾਂ ਸੈਂਟਰ ਦੇ ਨਾਲ ਮੋਰਚਾ ਫਤਿਹ ਕਰ ਲਈਏ, ਉਸ ਤੋਂ ਬਾਅਦ ਜਿੱਦਾਂ ਵੀ ਹੁਕਮ ਕਰਦੀ ਸੰਗਤ ਮੈਂ ਉਸੇ ਤਰ੍ਹਾਂ ਤਿਆਰ ਹਾਂ। ਮੈਂ ਕਿਹੜਾ ਕੋਈ ਮੇਰੇ ਕਿਹੜੀ ਕੋਈ ਪੇ ਦਾਦੇ ਦੀ ਗੱਦੀ ਆ ਜਿਹੜੀ ਮੈਂ ਉਹ 'ਤੇ ਬੈਠਾ ਹਾਂ। ਇਹ ਭਰਾਵੋ ਸੰਗਤ ਦਾ ਹੀ ਸਭ ਕੁਛ ਹੈ, ਸੰਗਤ ਦੇ ਨਾਲ ਹੀ ਚੱਲਣਾ ਚਾਹੀਦਾ। ਸੰਗਤ ਜੋ ਹੁਕਮ ਕਰੂਗੀ ਆਪਾਂ ਨੂੰ ਮਨਜ਼ੂਰ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸਾਨੂੰ ਸੰਗਤ ਪਹਿਲਾਂ ਆ, ਸਾਨੂੰ ਕਿਸਾਨੀ ਪਹਿਲਾਂ ਆ, ਸਾਨੂੰ ਮਜ਼ਦੂਰ ਪਹਿਲਾਂ ਭਰਾ ਆ, ਸਾਡੇ ਵਪਾਰੀ ਭਰਾ ਆ ਜਿਨ੍ਹਾਂ ਦਾ ਅਸੀਂ ਸੰਘਰਸ਼ ਲੈ ਕੇ ਚੱਲੇ ਆ। ਮੇਰਾ ਖਿਆਲ ਪਹਿਲਾਂ ਉਹ ਮੋਰਚਾ ਫਤਿਹ ਕਰ ਲਈਏ। ਜਦੋਂ ਜੰਗ ਲੱਗੀ ਹੋਵੇ ਉਦੋਂ ਵਿੱਚ ਇੱਦਾਂ ਕੋਈ ਵੀ ਕਮਾਂਡਰ ਬਦਲੇ ਨਹੀਂ ਜਾਂਦੇ ਅਤੇ ਨਾ ਬਦਲਣੇ ਚਾਹੀਦੇ ਹੀ ਆ। ਔਰ ਮੋਰਚਾ ਫਤਿਹ ਕਰਕੇ ਉਸ ਤੋਂ ਬਾਅਦ ਜੋ ਕਮੀਆਂ ਹੁੰਦੀਆਂ ਜਿਹੜੀਆਂ ਕੱਢੀਆਂ ਜਾਂਦੀਆਂ, ਜੋ ਵੀ ਹੁੰਦਾ ਉਹ ਗੱਲਾਂ ਬੈਠ ਕੇ ਹੋ ਜਾਂਦੀਆਂ ਔਰ ਹੋਣੀਆਂ ਚਾਹੀਦੀਆਂ ਵੀ ਆ। ਐਸੀ ਗੱਲ ਨਹੀਂ ਕਿ ਹਰੇਕ ਇਨਸਾਨ ਤੋਂ ਕੋਈ ਲੱਖਾਂ ਹੀ ਗਲਤੀਆਂ ਹੁੰਦੀਆਂ ਹੋਣਗੀਆਂ ਕਿਸੇ ਕਿਸਮ ਦੀਆਂ ਵੀ, ਪਰ ਉਹ ਬੈਠ ਕੇ ਮਸਲੇ ਹੱਲ ਕੀਤੇ ਜਾਂਦੇ ਆ। ਪਰ ਉਹਦੇ ਵਿੱਚ ਐਵੇਂ ਸਮਝਾ ਬੁਝਾ ਕੇ ਉਲਝਾ ਕੇ ਇਹਨੂੰ ਉਹਨੂੰ ਕਰਕੇ ਬਿਆਨ ਦੇ ਕੇ ਉਹਦੇ ਵਿੱਚ ਅਗਲੇ ਨੂੰ ਸਾਈਡ 'ਤੇ ਕਰ ਦੇਣਾ। ਜਿਹੜੇ ਕਿ ਅੱਗੇ 8-10 ਮਹੀਨੇ ਤੋਂ ਕਦੇ ਨਹੀਂ ਚਿਹਰੇ ਦੇਖੇ ਸੀ, ਅੱਜ ਉਹ ਕਾਫੀ ਚਮਕ ਰਹੇ ਆ। ਚਲੋ ਬਹੁਤ ਵਧੀਆ ਗੱਲ ਆ, ਮੁਬਾਰਕ ਉਹਨਾਂ ਨੂੰ, ਚਮਕਣਾ ਵੀ ਚਾਹੀਦਾ। ਪਰ ਕਿਸੇ ਗੱਲ 'ਤੇ ਕੋਈ ਵਜ੍ਹਾ ਹੋਵੇ, ਮੇਨ ਰੀਜ਼ਨ ਹੁੰਦਾ, ਫਿਰ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਚੰਗਾ ਲੱਗਦਾ। ਮੇਰਾ ਖਿਆਲ ਆਪਾਂ ਇੱਦਾਂ ਦੇ ਸ਼ਬਦ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੇ ਵੀ ਨਹੀਂ ਵਰਤਣੇ ਚਾਹੀਦੇ, ਕਿਉਂਕਿ ਸਾਡਾ ਸੰਘਰਸ਼ ਜਿਹੜਾ ਆ ਉਹ ਸੈਂਟਰ ਸਰਕਾਰ ਨਾਲ ਆ। ਸੈਂਟਰ ਸਰਕਾਰ ਤੋਂ ਆਪਾਂ ਮੋਰਚਾ ਫਤਿਹ ਕਰਕੇ ਜੋ ਮਰਜ਼ੀ ਕਰੀਏ ਉਹ ਵਧੀਆ ਵੀ ਲੱਗੂਗਾ, ਸੋਹਣਾ ਲੱਗਦਾ। ਬਾਕੀ ਜੋ ਉਹਨਾਂ ਦੀ ਸੋਚ ਆ ਉਹਨੇ ਆਪਣੀ ਸੋਚ ਨਾਲ ਚੱਲਣਾ, ਸਾਡੀ ਜੋ ਸੋਚ ਆ ਅਸੀਂ ਆਪਣੀ ਸੋਚ ਨਾਲ ਚੱਲਣਾ। ਸਾਡੀ ਤਾਂ ਇਹੀ ਇੱਕ ਬੇਨਤੀ। ਬਹੁਤ ਬਹੁਤ ਧੰਨਵਾਦ ਸੰਗਤ ਦਾ ਔਰ ਜਿੰਨੀ ਵੀ ਇਲਾਕੇ ਦੀਆਂ ਸੰਗਤਾਂ ਜਿੰਨਾ ਮਾਣ ਬਖਸ਼ਿਆ ਕੱਲ੍ਹ, ਔਰ ਮੈਂ ਕਹਿੰਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ। ਔਰ ਜੋ ਜਿੰਨਾ ਵਧੀਆ ਹੰਗਾਰਾ ਦਿੱਤਾ ਔਰ ਛੋਟੀ ਜਿਹੀ ਕਾਲ 'ਤੇ ਬਹੁਤ ਵੱਡਾ ਹੰਗਾਰਾ ਦਿੱਤਾ। ਜਿੰਨਾ ਚਿਰ ਸੰਗਤਾਂ ਇਸ ਤਰ੍ਹਾਂ ਹੰਗਾਰਾ ਦਿੰਦੀਆਂ ਰਹਿਣਗੀਆਂ ਉਹਨਾਂ ਚਿਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਜਿਹੜੇ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਹੁਣੀ ਬਣਾਇਆ ਜੀ, ਬਲਵਿੰਦਰ ਸਿੰਘ ਮੱਲੀ ਹੁਣੀ ਜੀ, ਉਹਨਾਂ ਦੇ ਹੋਰ ਵੀ ਮੈਂਬਰ ਉੱਥੇ ਬੈਠੇ ਸੀਗੇ। ਉਹਨਾਂ ਨੇ ਸਾਨੂੰ ਇਹ ਬਿਆਨ ਦਿੱਤਾ ਕਿ ਸਾਡੀ ਜਿਹੜੀ ਚੋਣ ਹੋਣੀ ਆ ਪ੍ਰਧਾਨਗੀ ਦੀ ਜੀ, ਉਹ 31 ਅਗਸਤ ਨੂੰ ਹੋਣੀ ਹੈ। ਇਸ ਸੰਬੰਧੀ ਅਸੀਂ ਕਹਿੰਦੇ ਸੀ ਮਤਲਬ ਮਤਾ ਸਭ ਕੁਛ ਪਾ ਦਿੱਤਾ ਆ। ਠੀਕ ਹੈ। ਕੋਈ ਜਿਹੜਾ ਇਲੈਕਸ਼ਨ ਲੜੂਗਾ ਜਿਹੜਾ ਤੋਂ ਬਹੁਮਤ ਹੋਊਗਾ ਉਹਨੂੰ ਅਸੀਂ ਪ੍ਰਧਾਨ ਬਣਾ ਲਵਾਂਗੇ। ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ। ਮੈਂ ਇਹ ਗੱਲ ਕਹਿੰਦਾ ਕਿ ਜਦੋਂ ਕੰਮ ਸੇ ਪਹਿਲਾਂ ਸੰਘਰਸ਼ ਜਿੱਤ ਲਓ, ਜਿਹੜਾ ਲੜ ਰਹੇ ਆ ਕਰ ਜਿਹੜੀ ਤੁਸੀਂ ਪ੍ਰਧਾਨ ਬਣਾਤਾ ਬਣਾ ਛੱਡੋ। ਐਡੀ ਚੋਣ ਦੀ ਕਿਹੜੀ ਕਾਹਲੀ ਪੈ ਗਈ, ਐਡੀ ਜਲਦੀ ਕਿਹੜੀ ਪੈ ਗਈ ਜਿਹੜੀ ਯਕਦਮ ਮਤਲਬ ਵੀ ਹੁਣ ਪ੍ਰਧਾਨ ਜੀ ਅੱਗੇ ਤਾਂ ਪਹਿਲੇ ਦਿਸੇ ਨਹੀਂ ਆਪਾਂ ਨੂੰ ਕਦੇ ਵੀ। ਪ੍ਰਧਾਨ ਜੀ ਬਹੁਤ ਚੰਗੇ ਸਾਡੇ ਭਰਾ ਆ, ਪਰ ਸਾਰੇ ਸੂਝਵਾਨ ਆ, ਸਾਡੇ ਮਿੱਤਰ ਆ, ਦੋਸਤ ਆ, ਇਕੱਠੇ ਰਹੇ ਆ, ਇਕੱਠੇ ਖਾਂਦੇ ਰਹੇ, ਇਕੱਠੇ ਉੱਠਦੇ ਬੈਠਦੇ ਰਹੇ ਆ। ਪਰ ਹੁਣ ਇੰਨੀ ਜਲਦੀ ਕਿਹੜੀ ਹੋ ਗਈ? ਕਮ ਸੇ ਕਮ ਥੋੜ੍ਹਾ ਜਿਹਾ ਜਿਗਰਾ ਦਾ ਕੰਮ। ਜੇ ਹੁਣ ਸਮਾਂ ਆਇਆ ਉਹਨੂੰ ਪਹਿਲਾਂ ਮੋਰਚੇ ਨੂੰ ਫਤਿਹ ਕਰਨ, ਉਸ ਤੋਂ ਬਾਅਦ ਜੋ ਮਰਜ਼ੀ ਕਰਨ। ਮੇਰੀ ਤਾਂ ਇਹੀ ਬੇਨਤੀ ਆ। ਬਾਕੀ ਜੋ ਉਹਨਾਂ ਨੂੰ ਠੀਕ ਲੱਗਦਾ, ਜੋ ਸੰਗਤ ਨੂੰ ਠੀਕ ਲੱਗਦਾ। ਪਾਲ ਸਾਹਿਬ ਪ੍ਰਧਾਨ ਜੀ ਮਤਲਬ ਤੁਹਾਡੇ 'ਚ ਮਤਭੇਦ ਮਤਲਬ ਇਹੀ ਗੱਲਾਂ ਨੂੰ ਲੈ ਕੇ ਹੋਇਆ, ਕੋਈ ਹੋਰ ਕੋਈ ਮੁੱਦਾ ਤਾਂ ਨਹੀਂ ਆਪਣਾ ਹੈਗਾ? ਜੋ ਨਹੀਂ ਦੱਸਿਆ ਉਹਨਾਂ ਦੇ ਹਿਸਾਬ ਨਾਲ ਹੈ। ਮੇਰੇ ਤਾਂ ਕਿਸੇ ਨਾਲ ਕੋਈ ਮਤਭੇਦ ਨਹੀਂ। ਮੈਂ ਤਾਂ ਹਰੇਕ ਨੂੰ ਜੀ ਆਇਆਂ ਨੂੰ ਕਹਿੰਦਾ ਔਰ ਆਇਆਂ ਨੂੰ ਕਹਿਣਾ ਸਾਡਾ ਫਰਜ਼ ਬਣਦਾ। ਹਰੇਕ ਨੂੰ ਪਿਆਰ ਨਾਲ ਬੁਲਾਈਦਾ, ਹਰੇਕ ਨੂੰ ਸਾਡਾ ਖੁਸ਼ੀ ਬਣਦੀ ਆ ਕਿ ਹਰੇਕ ਨੂੰ ਪਿਆਰ ਦਈਏ।
ਤੇ ਹਰੇਕ ਦੇ ਨਾਲ ਅਸੀਂ ਖੁੱਲ੍ਹ। ਜੇ ਅਗਾਊਂ ਮਤਲਬ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਬਿਲਕੁਲ ਜੀ ਐਨ। ਤਾਂ ਤੁਸੀਂ ਉਸ ਲਈ ਤਿਆਰ ਆ ਮੈਂ ਕਿਹਾ ਜੀ ਦੇਖੋ, ਸਾਡਾ ਪ੍ਰਧਾਨਗੀ ਸਾਡੀ ਕਮੇਟੀ ਨਾਲ, ਸਾਡੀ ਸੰਗਤ ਨਾਲ ਆ, ਇਕੱਲਾ ਥੋੜ੍ਹੀ ਕੋਈ ਪ੍ਰਧਾਨ ਹੁੰਦਾ। ਜੇ ਉਹ ਆਉਣਾ ਚਾਹੁੰਦੇ ਆ ਤਾਂ ਜੀ ਐਨ, ਜਦੋਂ ਮਰਜ਼ੀ ਕਾਲ ਕਰ, ਆਪਾਂ ਹਾਜ਼ਰ ਹਾਂ, ਹਰ ਤਰ੍ਹਾਂ ਹਾਜ਼ਰ ਹਾਂ। ਕਿਹੜੀ ਗੱਲ ਆ, ਸਾਡੇ ਭਰਾ ਆ, ਕੋਈ ਬਗਾਨੇ ਨਹੀਂ। ਪ੍ਰਧਾਨ ਜੀ ਹੁਣ ਮਤਲਬ ਆਪਣਾ ਸੰਘਰਸ਼ ਕਮੇਟੀ ਵੱਲੋਂ ਅਗਾਊਂ ਆਪਣਾ ਕੀ ਮਤਲਬ ਜਿਹੜਾ ਸੰਘਰਸ਼ ਆ ਆਪਾਂ ਕੀ ਉਲੀਕ ਰਹੇ ਹੈਗਾ? ਦੇਖੋ ਜੀ, ਜੋ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਆ ਅਸੀਂ ਉਸੇ ਤਰ੍ਹਾਂ ਵਚਨਬੱਧ ਹਾਂ, ਕਿਉਂਕਿ ਸੰਯੁਕਤ ਮੋਰਚੇ ਦੀ ਕਾਲ ਜਿਹੜੀ ਆ ਉਹ ਅਸੀਂ ਉਹਨੂੰ ਸਿਰ ਮੱਥੇ ਉਸ ਗੱਲ 'ਤੇ ਅਸੀਂ ਪਹਿਰਾ ਦਿੰਦੇ ਹਾਂ, ਉਸ ਗੱਲ 'ਤੇ ਸਾਥ ਦਿੰਦੇ ਹਾਂ ਸਾਰੀ ਸੰਗਤ ਦਾ। ਜਿੱਥੇ ਵੀ ਜਿੱਦਾਂ ਦੀ ਕਾਲ ਆਉਂਦੀ ਹੈ ਉਸੇ ਤਰ੍ਹਾਂ ਹੀ। ਹਾਂ, 20 ਤਰੀਕ ਨੂੰ ਆਪਣਾ ਕੀ ਪ੍ਰੋਗਰਾਮ ਹੈ? 20 ਤਰੀਕ ਨੂੰ ਅਸੀਂ ਆਪਣੀ ਸੰਗਤ ਨਾਲ ਸਾਰੀ ਸਲਾਹ ਕਰਕੇ, ਔਰ ਦੇਖੋ ਜਿਹੜੀ ਗੱਲ ਤੁਹਾਨੂੰ ਪਹਿਲਾਂ ਵੀ ਮੈਂ ਦੱਸੀ ਆ ਕਿ ਅਸੀਂ ਕਿਸਾਨੀ ਦੇ ਨਾਲ ਆ, ਸਾਨੂੰ ਕਿਸਾਨੀ, ਇਹ ਕਿਸਾਨ ਖੁਦ ਕਿਸਾਨ ਆ, ਇਸ ਕਰਕੇ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ। ਔਰ ਸਾਨੂੰ ਜੇ ਹੱਕ ਸਾਡੇ ਮਿਲਣਗੇ ਕੁਝ ਜਿਹਦੇ ਵਿੱਚੋਂ ਸਾਨੂੰ ਵੀ ਕੋਈ 2 ਰੁਪਈਏ ਜ਼ਰੂਰ, ਜੇ ਗੰਨੇ ਦਾ ਰੇਟ ਵਧੂਗਾ ਤਾਂ ਸਾਨੂੰ ਵੀ, ਤਾਂ ਸਾਡਾ ਵੀ ਗੰਨਾ ਹੈ ਨਾ, ਸਾਨੂੰ ਵੀ ਵੱਧ ਮਿਲਣਗੇ। ਇਸ ਕਰਕੇ ਅਸੀਂ ਤਾਂ ਹਰੇਕ ਤਰ੍ਹਾਂ ਦੇ ਨਾਲ, ਹਰੇਕ ਫਸਲ ਨਾਲ, ਹਰੇਕ ਨਸਲ ਨਾਲ, ਹਰੇਕ ਵਰਗ ਨਾਲ, ਜ਼ਿਮੀਂਦਾਰ ਵਰਗ ਨਾਲ, ਕਿਸਾਨ ਵਰਗ ਨਾਲ, ਮਤਲਬ ਕਿ ਵਪਾਰੀਆਂ ਨਾਲ, ਮਜ਼ਦੂਰਾਂ ਨਾਲ, ਹਰੇਕ ਨਾਲ ਖੜੇ ਹੋਣਾ ਤੇ ਹੁੰਦੇ ਰਹੋ ਜਿੰਨੇ ਜੋਗੇ ਹੋਣ। ਬਾਕੀ ਹੁਣ ਪ੍ਰਧਾਨ ਜੀ ਜਿਹੜੀ ਕੇਂਦਰ ਸਰਕਾਰ ਹੈ ਉਹ ਟਸ ਤੋਂ ਮਸ ਨਹੀਂ ਹੋ ਰਹੀ, ਆਪਾਂ ਨੂੰ ਕਿੱਦਾਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਬਿੱਲ ਆ ਰੱਦ ਹੋਣਗੇ ਜਾਂ ਨਹੀਂ ਹੋਣਗੇ? ਦੇਖੋ ਜੀ, ਨਾ ਰੱਦ ਹੋਣੇ ਦੀ ਗੱਲ ਕੋਈ ਨਹੀਂ, ਕਿਉਂਕਿ ਪਿੱਛੇ ਨੂੰ ਉਹਨਾਂ ਚਿਰ ਕਿਸਾਨਾਂ ਨੇ ਮੁੜਨਾ, ਨਾ ਅਸੀਂ ਮੁੜਨਾ ਕਿਸੇ ਨੇ। ਬਾਕੀ ਮੈਨੂੰ ਇਹਨਾਂ ਨੇ ਸੰਯੁਕਤ ਮੋਰਚੇ 'ਚੋਂ ਵੀ ਕਾਫੀ ਦੇਰ ਦਾ ਬਾਹਰ ਕਰਾਤਾ ਆ, ਤੇ ਕੋਈ ਗੱਲ ਨਹੀਂ, ਆਪਾਂ ਫਿਕੜੇ ਨਹੀਂ ਹਟ ਗਏ, ਇਹ ਵੀ ਆਪਾਂ ਚੱਲਦੇ ਰਹਿੰਦੇ, ਕੋਈ ਗੱਲ ਨਹੀਂ। ਸੰਯੁਕਤ ਮੋਰਚੇ 'ਚੋਂ ਬਾਹਰ ਕਰਦੇ ਨੇ, ਅੰਦਰ ਕਰਦੇ ਨੇ, ਕੋਈ ਗੱਲ ਨਹੀਂ ਹੁੰਦੀ। ਗੱਲ ਇਹ ਮੈਨੂੰ ਦੱਸੋ, ਜਿਹੜੀ ਲੱਖਾਂ ਦੁਨੀਆ ਉੱਥੇ ਬੈਠੀ ਆ, ਕੀ ਉਹ ਸਾਰੇ ਪ੍ਰਧਾਨ ਹੀ ਬੈਠੇ ਆ? ਬਹੁਤੀ ਸੰਗਤ ਆਮ ਹਾਰੀ ਬੈਠੀ ਆ, ਬਹੁਤੀ ਸੰਗਤ ਜਿਹੜੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਬੈਠੀ ਆ, ਕਿਉਂਕਿ ਹਰ ਕੋਈ ਆਪਣਾ ਫਰਜ਼ ਪਛਾਣ ਰਿਹਾ। ਕਿਉਂਕਿ ਇਹ ਨਹੀਂ ਕਿ ਇਕੱਲੇ ਕਿਸਾਨ ਹੀ ਬੈਠੇ ਆ, ਉਹਦੇ ਨਾਲ ਮਜ਼ਦੂਰ ਵੀ ਬੈਠੇ, ਉਹਦੇ ਨਾਲ ਵਪਾਰੀ ਵੀ ਬੈਠੇ ਆ। ਹਰ ਕੋਈ ਤਨ ਮਨ ਧਨ ਦੇ ਨਾਲ ਜਿੱਦਾਂ ਵੀ ਹੈਗਾ ਕਿਸੇ ਦਾ, ਉਸ ਤਰ੍ਹਾਂ ਸੇਵਾ ਕਰ ਰਿਹਾ, ਔਰ ਸੇਵਾ ਭਾਵਨਾ ਨਾਲ ਸਾਰੇ ਚੱਲ ਰਹੇ ਆ। ਉਹ ਜਿਹੜੀ ਇੱਕ ਸੈਂਟਰ ਪਲੇਟ ਜਿਹੜੀ ਬਣ ਗਈ ਆ, ਉਹ ਜਿਹੜਾ ਬਹੁਤ ਵੱਡੇ ਲੈਵਲ ਦਾ, ਔਰ ਮੈਂ ਕਹਿੰਦਾ ਸੰਘਰਸ਼ ਜਿਹੜਾ ਇਹ ਚੱਲ ਰਿਹਾ ਆ, ਇਹ ਕੁਦਰਤ ਦਾ ਕੋਈ ਖੇਡ ਆ, ਇਹ ਕਿਸੇ ਦੀ ਕੋਈ ਬਣਾਈ ਹੋਈ ਚਾਲ ਨਹੀਂ ਹੈਗੀ, ਨਾ ਸਰਕਾਰਾਂ ਦੀ, ਨਾ ਕੋਈ ਪਬਲਿਕ ਦੀ। ਔਰ ਸਰਕਾਰਾਂ ਨੇ ਜ਼ਰੂਰ ਜ਼ਿਆਦਾ ਹੀ ਪਬਲਿਕ ਨੂੰ ਤੰਗ ਪਰੇਸ਼ਾਨ ਕੀਤਾ, ਇਸੇ ਕਰਕੇ ਸਾਰੇ ਇਕਜੁੱਟਤਾ ਹੋ ਕੇ ਉੱਥੇ ਬੈਠੇ ਆ ਉਹਦੀ ਜਿਹੜਾ ਸਰਕਾਰ ਦੀਆਂ 'ਚ, ਔਰ ਆਪਣੇ ਹੱਕ ਲੈ ਕੇ ਹੀ ਮੰਨਣਗੇ। ਠੀਕ ਹੈ ਜੀ, ਧੰਨਵਾਦ। ਪਹਿਲਾਂ ਮਤਲਬ ਸਾਡੀ ਕਮੇਟੀ ਦੀ ਚੋਣ ਹੋਈ ਆ, ਉਸ ਵੇਲੇ ਪ੍ਰਧਾਨ ਬਣਨ ਨੂੰ ਕੋਈ ਤਿਆਰ ਨਹੀਂ ਸੀਗਾ। ਮੈਂ ਇਹਨਾਂ ਦੇ ਬੜੇ ਤਾਲਾ ਮਿਲਦਾ ਸੀ ਕਿ ਜ਼ਿੰਮੇਵਾਰੀ ਕੋਈ ਨਹੀਂ ਹੋਊਗੀ। ਉਹ ਕਹਿੰਦੇ ਜਦੋਂ ਹੁਣ ਸਾਡੀ ਜਿਹੜਾ ਵਧੀਆ ਸੰਘਰਸ਼ ਚੱਲ ਰਿਹਾ ਆ, ਤੇ ਇਸ ਵੇਲੇ ਜਿਹੜੇ ਆ ਮਤਲਬ ਜਾਣ ਬੁੱਝ ਕੇ ਖਰਾਬ ਕਰ ਰਹੇ ਆ। ਮੈਂ ਤਾਂ ਕਹਿੰਦੇ ਜਦੋਂ ਪਿੱਛੇ ਜਿਹੇ ਮੋਰਚਾ ਲੱਗਣ ਤੋਂ ਲੱਗਾ, ਵੱਡਾ ਮੋਰਚਾ ਲੱਗਾ ਸੀ, ਮੈਂ ਤਾਂ ਉਦੋਂ ਵੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਕੋਈ ਬੰਦਾ ਜ਼ਰੂਰ ਕੋਈ ਕੰਮ ਕਰੋ। ਬਾਕੀ ਉਹ ਕਹਿੰਦੇ ਵੀ ਮੈਨੂੰ ਕੋਈ ਭੁੱਖ ਨਹੀਂ ਹੈਗੀ, ਉਹਦਿਆਂ ਦੀ ਜਾਂ ਕਿਸੇ ਹੋਰ ਗੱਲ ਦੀ, ਜੇ ਤੋਂ ਨਾ ਵੀ ਉਹਦਾ ਹੋਊਗਾ ਤਾਂ ਮੈਂ ਮਤਲਬ ਤਾਂ ਵੀ ਜਿਹੜੀ ਆ ਉਹ ਸੰਘਰਸ਼ ਦੇ ਉੱਪਰ ਚੱਲ ਸਕੂਗਾ। ਇਸ ਵਾਰ ਤੁਸੀਂ ਕਹਿ ਸਕਦੇ? ਦੇਖੋ ਜੀ, ਇਹ ਜਿਹੜੀ ਸਾਡੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਆ 2015 ਵਿੱਚ ਹੋਂਦ ਵਿੱਚ ਆਈ ਸੀ, ਤੇ ਇਸ ਵਿੱਚ ਮਰੋਲ ਕਿਸਾਨ ਇੱਕ ਗੰਨੇ ਦੀ ਪਰੇਸ਼ਾਨੀਆਂ ਕਰਕੇ ਇਹ ਕਮੇਟੀ ਦੀ ਹੋਂਦ ਹੋਈ ਸੀ। ਤੇ 2015 ਵਿੱਚ ਹੀ, ਜਿੱਥੇ ਹੁਣ 20 ਅਗਸਤ 2021 ਨੂੰ ਧਰਨਾ ਲੱਗਣ ਜਾ ਰਿਹਾ, ਉੱਥੇ ਹੀ 2015 ਵਿੱਚ ਧਰਨਾ ਲਾਇਆ ਗਿਆ ਸੀ। ਤੇ ਜਿਹੜੀ ਗੱਲ ਪ੍ਰਧਾਨ ਜੀ ਕਹਿ ਰਹੇ ਆ ਕਿ ਮੈਨੂੰ ਪ੍ਰਧਾਨਗੀ ਦੀ ਭੁੱਖ ਨਹੀਂ ਜਾਂ ਇਸ ਤਰ੍ਹਾਂ ਦਾ, ਤਾਂ ਕਿਸੇ ਨੂੰ ਵੀ ਕੋਈ ਲਾਲਚ ਨਹੀਂ। ਇਹ ਸਾਰੇ ਜਾਣੇ ਇੱਕ ਨਿਸ਼ਕਾਮ ਕੇ ਸੇਵਾ ਕਰ ਰਹੇ ਆ। ਬਾਕੀ ਰਹੀ ਗੱਲ ਕਿ ਉਹਨਾਂ ਨੂੰ ਜ਼ਬਰਦਸਤੀ ਬਣਾਇਆ ਗਿਆ, ਇਸ ਤਰ੍ਹਾਂ ਦਾ ਕੁਛ ਨਹੀਂ ਸੀ। ਸਾਰਿਆਂ ਨੇ ਸਲਾਹ ਕੀਤੀ, ਉਹਨਾਂ ਮੂਹਰੇ ਇਸ ਗੱਲ ਦੀ ਪੇਸ਼ਕਸ਼ ਕੀਤੀ ਕਿ ਅਸੀਂ ਤੁਹਾਨੂੰ ਪ੍ਰਧਾਨ ਬਣਾ ਦਈਏ। ਉਹਨਾਂ ਨੇ ਹਾਮੀ ਭਰੀ ਤਾਂ ਉਹਨਾਂ ਨੂੰ ਬਣਾਇਆ ਗਿਆ। ਉਹਨਾਂ ਨੇ ਜਿੰਨੀ ਦੇਰ ਵਧੀਆ ਸੇਵਾ ਨਿਭਾਈ ਆ, ਉਨੀ ਦੇਰ ਕੋਈ ਗੱਲਬਾਤ ਨਹੀਂ ਕਿਸੇ ਨੇ ਕੀਤੀ, ਸਭ ਕੁਝ ਵਧੀਆ ਚੱਲਦਾ ਰਿਹਾ। ਤੇ ਜੇ ਕੋਈ ਅੰਦਰੂਨੀ ਗੜਬੜ ਪੈਦਾ ਹੋਈ ਆ, ਤੇ ਉਸੇ ਕਰਕੇ ਇਹ ਨੌਬਤ ਆਈ ਆ। ਦੂਸਰਾ, ਸਾਡੀ ਕਮੇਟੀ ਦਾ ਇੱਕ ਰੂਲ ਸੀਗਾ ਕਿ 5 ਸਾਲ ਬਾਅਦ ਇਸ ਦੀ ਚੋਣ ਕਰਵਾਈ ਜਾਊਗੀ। ਜੋ ਕਿ ਅਹੁਦੇਦਾਰ ਇਹ ਰੱਖਣੇ ਆ ਜਾਂ ਦੁਬਾਰਾ ਨਵੇਂ ਲਾਉਣੇ ਆ, 5 ਸਾਲ ਬਾਅਦ ਦੁਬਾਰਾ ਕੀਤੇ ਜਾਣਗੇ।
ਇਸ ਟਾਈਮ ਜੋ ਦਿੱਲੀ ਸਿੰਘੂ ਬਾਰਡਰ ਵਿਖੇ ਸੰਘਰਸ਼ ਚੱਲ ਰਿਹਾ ਜੀ, ਉੱਥੇ ਸੰਯੁਕਤ ਮੋਰਚੇ ਦੀ ਕਾਲ ਦੇ ਅਕੋਰਡਿੰਗ ਹੀ ਸਾਰਾ ਸੰਘਰਸ਼ ਚੱਲਦਾ। ਅਤੇ ਪਿਛਲੇ 2-4 ਮਹੀਨਿਆਂ ਤੋਂ ਪ੍ਰਧਾਨ ਜੀ ਉਸ ਸੰਯੁਕਤ ਮੋਰਚੇ ਦੀਆਂ ਗਤੀਵਿਧੀਆਂ ਦੇ ਵਿਰੁੱਧ ਜਾਂ ਕੋਈ ਬਿਆਨ ਜਾਂ ਕਿਸੇ ਗਲਤ ਬੰਦੇ ਦੀ ਹਮਾਇਤ ਜਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਗਤੀਵਿਧੀ ਕਰਦੇ ਰਹਿੰਦੇ ਆ, ਜਿਹਦੇ ਕਰਕੇ ਉੱਥੋਂ ਸਾਨੂੰ ਵਾਰ-ਵਾਰ ਸ਼ਰਮਿੰਦਗੀ ਸਹਿਣੀ ਪੈਂਦੀ। ਅਸੀਂ ਇਹਨਾਂ ਮੂਹਰੇ ਬੇਨਤੀ ਵੀ ਕੀਤੀ ਕਿ ਇਹੋ ਜਿਹੇ ਤੁਸੀਂ ਕੋਈ ਵੀ ਗਤੀਵਿਧੀ ਨਾ ਕਰੋ ਜਿਹੜੀ ਸੰਯੁਕਤ ਮੋਰਚੇ ਦੇ ਵਿਰੁੱਧ ਜਾ ਰਹੀ ਆ, ਜੋ ਕਿ ਸਾਡੀ ਕਮੇਟੀ ਨੂੰ ਉੱਥੇ ਵਾਰ-ਵਾਰ ਸ਼ਰਮਿੰਦਿਆਂ ਹੋਣਾ ਪੈਂਦਾ। ਅਤੇ ਇਹਨਾਂ ਨੂੰ ਉਸ ਗਲਤੀ ਕਰਕੇ 1-2 ਵਾਰ ਪਹਿਲਾਂ ਵਾਰਨਿੰਗ ਦਿੱਤੀ, ਉਸ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਕੀਤਾ ਗਿਆ। ਅਤੇ ਹੁਣ ਵਾਰ-ਵਾਰ ਇਸ ਤਰ੍ਹਾਂ ਦਾ ਜਦੋਂ ਕੁਛ ਹੁੰਦਾ ਅਤੇ ਸਾਨੂੰ ਉੱਥੇ ਸ਼ਰਮਿੰਦਗੀ ਸਹਿਣੀ ਪੈਂਦੀ ਹੈ। ਇਸ ਕਰਕੇ ਜਿੰਨੇ ਇੱਥੇ ਮੈਂਬਰ ਮੌਜੂਦ ਆ, ਸਾਡੇ 11 ਮੈਂਬਰ ਟੋਟਲ ਸੀਗੇ ਜਦੋਂ ਅਸੀਂ ਰਜਿਸਟਰਡ ਕਰਵਾਈ ਆ। ਉਸ ਤੋਂ ਬਾਅਦ 3 ਮੈਂਬਰ ਸਾਡੇ ਕਾਫੀ ਅਰਸੇ ਤੋਂ ਵਿਦੇਸ਼ ਰਹਿ ਰਹੇ ਆ, ਅਤੇ ਹੁਣ ਇੱਥੇ 8 ਮੈਂਬਰ ਸੀਗੇ, ਜਿਨ੍ਹਾਂ ਵਿੱਚੋਂ 6 ਦੀ ਇਹ ਸਲਾਹ ਹੋਈ ਕਿ ਅਸੀਂ ਕਿਉਂ ਨਾ, ਇੱਕ ਤਾਂ ਆਪਣੀ ਇਲੈਕਸ਼ਨ ਦਾ ਸਾਡਾ ਸਮਾਂ ਨਿਕਲ ਚੁੱਕਾ ਆ, ਉਹ ਕੋਵਿਡ ਕਰਕੇ ਅਸੀਂ ਨਹੀਂ ਕਰਵਾਈ ਸੀ, ਅਤੇ ਇੱਕ ਫਿਰ ਦੁਬਾਰਾ ਸੰਘਰਸ਼ ਚੱਲ ਪਿਆ, ਇਸ ਕਰਕੇ ਵੀ ਰੋਕੀ ਸੀ। ਵੀ ਇੱਕ ਆਪਾਂ ਆਪਣੀ ਇਲੈਕਸ਼ਨ ਕਰਵਾ ਲਈਏ, ਅਤੇ ਦੂਸਰਾ ਇਹ ਆ ਕਿ ਸਾਨੂੰ ਜਿਹੜਾ ਉੱਥੇ ਬਾਰ-ਬਾਰ ਸ਼ਰਮਿੰਦਿਆਂ ਹੋਣਾ ਪੈਂਦਾ ਉਹ ਨਾ ਹੋਣਾ ਪਵੇ। ਕਮੇਟੀ ਦੀ ਚੋਣ ਦੇ ਜੋ ਸਾਰਿਆਂ ਮੈਂਬਰਾਂ ਨੂੰ ਨੋਟਿਸ ਭੇਜੇ ਗਏ ਆ, ਅੱਜ 4 ਦਿਨ ਤੋਂ ਨੋਟਿਸ ਭੇਜੇ ਗਏ ਆ, ਅਤੇ 31 ਅਗਸਤ ਨੂੰ ਚੋਣ ਹੋ ਰਹੀ ਹੈ। ਉਹਨਾਂ ਵਿੱਚੋਂ ਹੀ ਅਹੁਦੇਦਾਰੀਆਂ ਦੁਆਰਾ ਨਿਯੁਕਤ ਕੀਤੀਆਂ ਜਾਣਗੀਆਂ। ਹੁਣ ਸਾਰੇ ਅਹੁਦੇਦਾਰਾਂ ਦੀ ਚੋਣ ਹੋਊਗੀ, ਬਹੁਮਤ ਦੇ ਨਾਲ ਚੋਣ ਹੋਊਗੀ। ਅਤੇ ਹੁਣ ਅਸੀਂ ਉਹਨਾਂ ਟਾਈਮ ਆਪਣੀ ਕਮੇਟੀ ਦਾ ਕੰਮ ਚਲਾਉਣ ਵਾਸਤੇ ਸਰਦਾਰ ਬਲਵਿੰਦਰ ਸਿੰਘ ਮੱਲੀ ਨੰਗਲ ਜੀ ਨੂੰ ਕਾਰਜਕਾਰੀ ਪ੍ਰਧਾਨ ਲਾ ਕੇ ਤਾਂ ਇਹ ਆਪਣਾ ਕੰਮ ਚਲਾ ਰਹੇ ਹਾਂ। ਅਤੇ ਜਿਸ ਦਿਨ ਚੋਣ ਹੋ ਕੇ ਜਿਹੜਾ ਪੱਕਾ ਪ੍ਰਧਾਨ ਜਿਨ੍ਹਾਂ ਨੂੰ ਨਿਯੁਕਤ ਕੀਤਾ ਜਾਊਗਾ ਬਹੁਮਤ ਨਾਲ, ਜਾਂ ਉਹਦੇ ਵਿੱਚ ਬਾਕੀ ਅਹੁਦੇਦਾਰ ਵੀ ਜੋ ਨਿਯੁਕਤੀ ਹੋਊਗੀ, ਉਹ ਸਾਰਾ ਆਪ ਜੀ ਦੇ ਸਾਹਮਣੇ ਉਸ ਦਿਨ ਦੱਸ ਦਿੱਤਾ ਜਾਊਗਾ। ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਨਾ ਕੋਈ ਪਹਿਲਾਂ ਸਾਡੇ ਮਤਭੇਦ ਸੀਗੇ, ਸਿਰਫ ਆ ਜਿਹੜੀਆਂ 1-2-4 ਕੰਪਲੇਂਟਾਂ ਹੋਈਆਂ ਉਹਦੇ ਕਰਕੇ ਸਾਨੂੰ ਇਹ ਕਦਮ ਉਠਾਉਣਾ ਪਿਆ। ਸਰ ਉਹ ਸੰਯੁਕਤ ਮੋਰਚੇ ਦਾ ਫੈਸਲਾ, ਉਹ ਸਾਡਾ ਨਹੀਂ। ਜਿਹੜਾ ਵੀ ਕੋਈ ਵੀ ਲੀਡਰ ਜਿਹੜਾ ਸੰਯੁਕਤ ਮੋਰਚੇ ਦੀ ਗਤੀਵਿਧੀਆਂ ਦੇ ਵਿਰੁੱਧ ਜਾਂਦਾ, ਅਤੇ ਉਹਦੇ ਨਾਲ ਇਹ ਜਿਹੜਾ ਵੀ ਡਿਸੀਜਨ ਆ ਉੱਥੇ ਲਿਆ ਹੀ ਜਾਂਦਾ, ਚਾਹੇ ਕੋਈ ਲੀਡਰ ਵੱਡਾ ਚਾਹੇ ਛੋਟਾ। 20 ਤਰੀਕ ਨੂੰ ਪੰਜਾਬ ਸਰਕਾਰ ਨੇ ਅਸੀਂ ਜਦੋਂ ਇੱਥੋਂ ਸੰਘਰਸ਼ ਲਈ ਦਿੱਲੀ ਲਈ ਤੁਰੇ ਹਾਂ, ਉਸ ਤੋਂ ਪਹਿਲਾਂ CM ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਗੰਨੇ ਦਾ ਰੇਟ ਵਧਾਵਾਂਗੇ, ਜੋ ਕਿ ਸਾਡੇ ਨਾਲ 4 ਸਾਲ ਤੋਂ ਲਾਰੇ ਲੱਗਦੇ ਆ ਰਹੇ। ਇਹ ਸਾਲ ਵੀ ਸਾਡਾ ਲਾਰਿਆਂ ਵਿੱਚ ਹੀ ਲੰਘਾਤਾ। ਪਰ ਅਸੀਂ ਹੁਣ ਇਹ ਸੰਘਰਸ਼ ਜਿਹੜਾ 20 ਤਰੀਕ ਨੂੰ ਜੋ ਧਰਨਾ ਦੇ ਰਹੇ ਹਾਂ, ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇਕੱਠੇ ਹੋ ਕੇ ਲਾ ਰਹੇ ਹਾਂ। ਅਤੇ ਗੰਨੇ ਦੀ ਕੀਮਤ, ਗੰਨੇ ਦੀ ਜੋ ਬਕਾਇਆ ਰਾਸ਼ੀ ਆ ਪਿੱਛੇ ਰਹਿੰਦੀ, ਜਾਂ ਹੋਰ ਫਸਲਾਂ ਜੋ ਸਾਡੀਆਂ ਰੁਲ ਰਹੀਆਂ, ਜੋ ਸਰਕਾਰ ਦੀਆਂ ਨੀਤੀਆਂ ਉਹਨਾਂ ਪ੍ਰਤੀ ਸਹੀ ਨਹੀਂ, ਜਾਂ ਅੱਗੇ ਆਉਣ ਵਾਲਾ ਜੋ ਸਮਾਂ ਆ ਝੋਨੇ ਦੀ ਕਟਾਈ ਦਾ, ਡੀਜ਼ਲ ਇੰਨਾ ਮਹਿੰਗਾ ਹੋ ਗਿਆ ਕਿ ਅਸੀਂ ਪਰਾਲੀ ਜਿਹੜੀ ਆ ਇਸ ਟਾਈਮ ਜ਼ਮੀਨ 'ਚ ਨਹੀਂ ਮਿਲਾ ਸਕਦੇ। ਅਤੇ ਇੱਕ ਸਰਕਾਰ ਨੇ ਨਵਾਂ ਹੋਰ ਕਾਨੂੰਨ ਲਾਗੂ ਕਰਨ ਜਾ ਰਹੀ ਆ, ਜਿਹਦੇ ਅਸੀਂ ਵਿਰੋਧ ਵਿੱਚ ਹਾਂ ਕਿ ਜੋ ਫਰਦਾਂ ਦਾ ਪੋਰਟਲ ਆ ਉਹ ਜਾਰੀ ਕੀਤਾ ਜਾਊਗਾ ਝੋਨੇ ਦੀ ਖਰੀਦ ਵਾਸਤੇ, ਜੋ ਕਿ ਕਿਸਾਨਾਂ ਨੂੰ ਨਾ ਮਿਲੂਗਾ। ਇਹਦੇ ਸਾਰਿਆਂ ਦੇ ਸੰਬੰਧੀ ਅਸੀਂ 20 ਅਗਸਤ 2021 ਨੂੰ ਪਿੰਡ ਧੰਨੋਵਾਲੀ ਫਾਟਕ ਦੇ ਸਾਹਮਣੇ ਮੇਨ ਹਾਈਵੇ ਜਲੰਧਰ ਫਗਵਾੜਾ 'ਤੇ ਧਰਨਾ ਲਾਉਣ ਜਾ ਰਹੇ ਸਮੂਹ ਜਥੇਬੰਦੀਆਂ ਪੰਜਾਬ ਦੀ। ਆਉਣ ਵਾਲੇ ਸਮੇਂ 'ਚ ਅਗਰ ਤੁਹਾਡੇ ਉਹਦੇ ਘੜਿਆਂ ਦੇ ਮਤਭੇਦ ਹੋ ਜਾਂਦੇ ਆ, ਚੱਲਣਾ ਚਾਹੁੰਦੇ ਆ? ਅਸੀਂ ਤਾਂ ਪਹਿਲਾਂ ਵੀ 4-5 ਵਾਰੀ ਇਹ ਕੋਸ਼ਿਸ਼ ਕੀਤੀ ਆ ਕਿ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਚੱਲੀਏ। ਅਸੀਂ ਮੀਟਿੰਗਾਂ ਵੀ ਰੱਖੀਆਂ, ਕੁਛ ਮੀਟਿੰਗਾਂ ਵਿੱਚੋਂ ਪ੍ਰਧਾਨ ਜੀ ਐਬਸੈਂਟ ਰਹੇ, ਮੁੜ ਕੇ ਆਪ ਹੀ ਮੀਟਿੰਗ ਰੱਖੀ, ਆਪ ਹੀ ਉਸ ਵਿੱਚੋਂ ਐਬਸੈਂਟ ਰਹਿ ਕੇ ਬਹਾਨੇਬਾਜ਼ੀ ਲਾਤੀ, ਮੈਨੂੰ ਮਜਬੂਰੀ ਪੈ ਗਈ, ਮੈਨੂੰ ਆਹ ਹੋ ਗਿਆ। ਔਰ ਉਹ ਆਪਣੀਆਂ ਮਜਬੂਰੀਆਂ ਦਾ ਜੋ ਵੀ ਕਾਰਨ ਦੱਸਿਆ, ਜਦੋਂ ਮੀਟਿੰਗ ਦਾ ਟਾਈਮ ਆਉਂਦਾ ਸੀ ਉਦੋਂ ਦੱਸਿਆ ਜਾਂਦਾ ਸੀ, ਨਾ ਕਿ ਉਸ ਦਿਨ ਸਵੇਰੇ ਸਾਰਿਆਂ ਨੂੰ ਇਤਲਾਹ ਕਰਤੀ ਜਾਵੇ ਵੀ ਮੀਟਿੰਗ 'ਚ ਨਾ ਪਹੁੰਚੋ। ਇਹੋ ਜਿਹਾ ਕੁਛ ਨਹੀਂ ਕੀਤਾ ਜਾਂਦਾ। ਉਹਨਾਂ ਇਹ ਦੋਸ਼ ਲਾਇਆ ਕਿ ਮੈਨੂੰ ਉਲਝਾਇਆ ਜ਼ਿਆਦਾ, ਨਹੀਂ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਅਸੀਂ ਉਹਨਾਂ ਦੀ ਸਹਿਮਤੀ ਨਾਲ ਮੀਟਿੰਗ ਰੱਖਦੇ ਰਹੇ, ਪੂਰਾ ਮੌਕਾ ਦਿੱਤਾ। ਬਿਲਕੁਲ ਜੀ।